ਤਾਂ ਨੈਕਸਟ ਵਾਰ ਜੇ ਆਪਾਂ ਸ਼ਾਰਟ ਟਰਮ ਸ਼ਡਿਊਲਰ ਕਰ ਰਹੇ ਸੀਗੇ, ਸ਼ਾਰਟ ਟਰਮ ਸ਼ਡਿਊਲਰ ਵਿੱਚ ਕੀ ਹੁੰਦਾ ਕਿ ਜਿਹੜੀਆਂ ਰੈਡੀ ਪ੍ਰੋਸੈਸਿਸ ਹੁੰਦੀਆਂ, ਰੈਡੀ ਪੂਲ ਦੇ ਵਿੱਚ ਪ੍ਰੋਸੈਸਿਸ ਪਈਆਂ ਹੁੰਦੀਆਂ ਨੇ, ਸ਼ਾਰਟ ਟਰਮ ਸ਼ਡਿਊਲਰ ਉਹਨਾਂ ਵਿੱਚੋਂ ਪ੍ਰੋਸੈਸਿਸ ਨੂੰ ਸਿਲੈਕਟ ਕਰਦਾ ਗਾ, ਮੇਨ ਮੈਮਰੀ ਵਿੱਚ ਰੱਖਦਾ ਗਾ ਅਤੇ ਬਾਅਦ ਦੇ ਵਿੱਚ CPU ਨੂੰ ਐਲੋਕੇਟ ਕਰਵਾ ਦਿੰਦਾ ਤਾਂ ਜੋ CPU ਉਹਨਾਂ ਨੂੰ ਪਰਫੋਰਮ ਕਰ ਸਕੇ, ਉਹਨਾਂ ਪ੍ਰੋਸੈਸਿਸ ਨੂੰ ਐਗਜ਼ੀਕਿਊਟ ਕਰਵਾ ਸਕੇ। ਜਦੋਂ ਵੀ ਮੇਨ ਮੈਮਰੀ ਦੀ ਗੱਲ ਹੋ ਰਹੀ ਆ, ਜਦੋਂ ਜਿਹੜੀਆਂ ਵੀ ਤੁਸੀਂ ਜੋਬਸ CPU ਨੇ ਐਗਜ਼ੀਕਿਊਟ ਕਰਵਾਉਣੀਆਂ ਹੁੰਦੀਆਂ, ਉਹ ਹਮੇਸ਼ਾ ਮੇਨ ਮੈਮਰੀ ਵਿੱਚ ਹੀ ਰੱਖੀਆਂ ਜਾਂਦੀਆਂ ਨੇ, ਕੰਪਿਊਟਰ ਦੀ ਮੇਨ ਮੈਮਰੀ ਵਿੱਚ ਹੀ ਹੁੰਦੀਆਂ ਨੇ, ਆਪਰੇਟਿੰਗ ਸਿਸਟਮ ਮੇਨ ਮੈਮਰੀ ਵਿੱਚ ਹੀ ਰੱਖਦਾ ਗਾ। ਬਾਅਦ ਦੇ ਵਿੱਚ ਉਹਨਾਂ ਨੂੰ ਕੀ ਕੀਤਾ ਜਾਂਦਾ, CPU ਐਲੋਕੇਟ ਕਰਵਾ ਕੇ ਐਗਜ਼ੀਕਿਊਟ ਕਰਵਾਇਆ ਜਾਂਦਾ। ਤਾਂ ਸਿਲੈਕਸ਼ਨ ਜਿਹੜੀ ਕਰਵਾਉਣੀ ਆ ਰੈਡੀ ਜੋ ਆਪਣੇ ਕੋਲ ਪੂਲ ਆ ਪ੍ਰੋਸੈਸਿਸ ਦਾ, ਉਹ ਸਿਲੈਕਸ਼ਨ ਸ਼ਾਰਟ ਟਰਮ ਸ਼ਡਿਊਲਰ ਕਰਵਾਉਂਦਾ ਗਾ। Thus it plan the scheduling of processes that are ready state, ਇਹ ਉਹਨਾਂ processes ਨੂੰ ਹੀ execute ਕਰਵਾਉਂਦਾ ਜਿਹੜੇ ready state ਵਿੱਚ ਹੁੰਦੀਆਂ ਨੇ। short term scheduler is also known as CPU scheduler, ਇਹਨੂੰ ਅਸੀਂ CPU scheduler ਵੀ ਕਹਿੰਦੇ ਹਾਂ, second name ਇਹਦਾ ਕੀ ਆ, CPU scheduler। ਇਹਦੇ ਕੰਪੇਅਰ ਕਰਦੇ ਹਾਂ ਲੌਂਗ ਟਰਮ ਸ਼ਡਿਊਲਰ ਐਜ਼ ਕੰਪੇਅਰ ਟੂ ਲੌਂਗ ਟਰਮ ਸ਼ਡਿਊਲਰ, ਇਹ ਸ਼ਾਰਟ ਟਰਮ ਸ਼ਡਿਊਲਰ ਹੈਜ਼ ਟੂ ਵਰਕ ਵੈਰੀ ਔਫਨ, ਦ ਫ੍ਰੀਕੁਐਂਸੀ ਆਫ ਐਗਜ਼ੀਕਿਊਸ਼ਨ ਆਫ ਸ਼ਾਰਟ ਟਰਮ ਸ਼ਡਿਊਲਰ ਇਜ਼ ਹਾਈ। ਜਿਹੜਾ ਸ਼ਾਰਟ ਟਰਮ ਸ਼ਡਿਊਲਰ ਦਾ ਲੌਂਗ ਟਰਮ ਸ਼ਡਿਊਲਰ ਦੇ ਕੰਪੈਰੇਬਲ ਜ਼ਿਆਦਾ ਟਾਸਕ ਹੁੰਦਾ, ਜ਼ਿਆਦਾ ਵਰਕ ਪਰਫੋਰਮ ਕਰਦਾ ਗਾ, ਫ੍ਰੀਕੁਐਂਸੀ ਵੀ ਉਹਦੀ ਜ਼ਿਆਦਾ ਹੋਏਗੀ, ਹਾਈ ਹੁੰਦੀ ਆ ਲੌਂਗ ਟਰਮ ਸ਼ਡਿਊਲਰ ਦੀ ਕੰਪੈਰੀਜ਼ਨ। ਅੱਗੇ ਨੈਕਸਟ ਆਪਾਂ ਕਰਦੇ ਹਾਂ ਕੰਪੈਰੀਜ਼ਨ ਬਿਟਵੀਨ ਲੌਂਗ ਟਰਮ ਐਂਡ ਸ਼ਾਰਟ ਟਰਮ ਸ਼ਡਿਊਲਰਸ। ਕੀ ਇੰਪੋਰਟੈਂਟ ਆ ਡਿਫਰੈਂਸ ਬਿਟਵੀਨ ਸ਼ਾਰਟ ਟਰਮ ਐਂਡ ਲੌਂਗ ਟਰਮ ਸ਼ਡਿਊਲਰ। ਸ਼ਾਰਟ ਟਰਮ ਸ਼ਡਿਊਲਰ ਕੀ ਹੁੰਦਾ, ਕੀ ਕਹਿੰਦਾ ਕਿ ਪਲਾਨ ਕਰਦਾ ਸ਼ਡਿਊਲਿੰਗ ਆਫ ਦਾ ਪ੍ਰੋਸੈਸ ਡੈਟ ਆਰ ਰੈਡੀ ਸਟੇਟ, ਜਿਹੜੀਆਂ ਰੈਡੀ ਸਟੇਟ ਵਿੱਚ ਪ੍ਰੋਸੈਸਿਸ ਹੁੰਦੀਆਂ ਉਹਨਾਂ ਦੀ ਸ਼ਡਿਊਲਿੰਗ ਪਲਾਨ ਕਰਦਾ ਗਾ, ਉਹਨਾਂ ਦੀ ਸਿਲੈਕਸ਼ਨ ਕਰਦਾ ਗਾ। ਜਿਹੜਾ ਲੌਂਗ ਟਰਮ ਆ ਉਹ ਕਰਦਾ ਗਾ CPU ਸ਼ਡਿਊਲਿੰਗ ਫॉर ਬੈਚ ਜੋਬਸ, ਜਿਹੜੀਆਂ ਬੈਚ ਦੇ ਵਿੱਚ, ਜਿਹੜੀਆਂ ਬੈਚ ਦੀ ਫਾਰਮ ਦੇ ਵਿੱਚ, ਮਤਲਬ ਬੈਚ ਮੀਨਸ ਗਰੁੱਪ, ਬੈਚ ਦੀ ਫਾਰਮ ਦੇ ਵਿੱਚ ਜਿਹੜੀਆਂ ਜੋਬਸ ਪਈਆਂ ਹੁੰਦੀਆਂ ਉਹਨਾਂ ਦੀ ਸਿਲੈਕਸ਼ਨ ਕਰਦਾ, ਮੀਨਸ ਉਹਨਾਂ ਦੀ ਸ਼ਡਿਊਲਿੰਗ ਕਰਦਾ। ਇਹ ਕੀ ਕਰਦਾ ਗਾ, ਇਟ ਸਿਲੈਕਟਿਵ ਪ੍ਰੋਸੈਸ ਫਰੋਮ ਅਮੰਗ ਦਾ ਰੈਡੀ ਪ੍ਰੋਸੈਸਿਸ, ਇਹ ਰੈਡੀ ਪ੍ਰੋਸੈਸਿਸ ਵਿੱਚੋਂ ਪ੍ਰੋਸੈਸ ਲੈ ਕੇ ਮੇਨ ਮੈਮਰੀ ਵਿੱਚ ਰੱਖਦਾ। ਇਹ ਕੀ ਕਰਦਾ ਗਾ, ਬੈਚ ਕਿਊ ਵਿੱਚ ਕੰਮ ਕਰਦਾ, ਉੱਥੋਂ ਇੱਕ ਪ੍ਰੋਸੈਸ ਲੈਂਦਾ ਸੈਕੰਡਰੀ ਸਟੋਰੇਜ ਵਿੱਚ ਰੱਖਦਾ ਨਾ ਕਿ ਮੇਨ ਮੈਮਰੀ 'ਚ, ਸੈਕੰਡਰੀ ਸਟੋਰੇਜ ਰੱਖਦਾ, ਲੋਡ ਦੈਮ ਇਨਟੂ ਦਾ, ਬਾਅਦ ਦੇ ਵਿੱਚ ਮੇਨ ਮੈਮਰੀ ਵਿੱਚ ਰੱਖਦਾ ਐਗਜ਼ੀਕਿਊਸ਼ਨ ਵਾਸਤੇ। ਇਹਦਾ ਸੈਕੰਡ ਨੇਮ CPU ਸ਼ਡਿਊਲਰ ਆ, ਇਹਦਾ ਸੈਕੰਡ ਨੇਮ ਜੋਬ ਸ਼ਡਿਊਲਰ ਆ। ਜਿਹੜੀ ਇਹਦੀ ਫ੍ਰੀਕੁਐਂਸੀ ਆ ਐਗਜ਼ੀਕਿਊਸ਼ਨ ਕਰਵਾਉਣ ਦੀ, ਦ ਫ੍ਰੀਕੁਐਂਸੀ ਆਫ ਐਗਜ਼ੀਕਿਊਸ਼ਨ ਆਫ ਸ਼ਾਰਟ ਟਰਮ ਸ਼ਡਿਊਲਰ ਦੀ ਹਾਈ ਹੁੰਦੀ ਆ ਐਜ਼ ਕੰਪੈਰੀਜ਼ਨ ਲੌਂਗ ਟਰਮ ਸ਼ਡਿਊਲਰ। ਕਿਉਂਕਿ ਇਹ ਬਹੁਤ ਜ਼ਿਆਦਾ, ਬਿਕੋਜ਼ ਇਟ ਹੈਜ਼ ਟੂ ਵਰਕ ਵੈਰੀ ਔਫਨ, ਹਮੇਸ਼ਾ ਹੀ ਇਹਦੇ ਕੋਲ ਕੰਮ ਹੁੰਦਾ ਪਰਫੋਰਮ ਕਰਨ ਲਈ, ਇਸ ਲਈ ਇਹਦੀ ਫ੍ਰੀਕੁਐਂਸੀ ਜ਼ਿਆਦਾ ਹੋਏਗੀ। ਇਹਦੀ ਫ੍ਰੀਕੁਐਂਸੀ ਜਿਹੜੀ ਲੌਂਗ ਟਰਮ ਦੀ ਹੁੰਦੀ ਹੈ ਯੂਜਲੀ ਲੋ ਹੁੰਦੀ ਹੈ ਐਜ਼ ਕੰਪੈਰੀਜ਼ਨ ਲੌਂਗ ਟਰਮ short term scheduler is usually low as there may be meant between creation of new process in the system, ਕਿਉਂਕਿ ਇਹਦੇ ਕੋਲ ਕੁਛ ਨਾ ਕੁਛ ਟਾਈਮ ਹੁੰਦੀ ਆ, ਮਿੰਟ ਹੁੰਦੇ ਜਦੋਂ ਅਸੀਂ ਜੋਬ ਕ੍ਰੀਏਟ ਹੁੰਦੀ ਆ, ਫਿਰ ਐਗਜ਼ੀਕਿਊਟ ਹੋਣ ਲਈ ਟਾਈਮ ਲੈਂਦੀ ਆ, ਤਾਂ ਉਹਦੇ ਕੋਲ ਟਾਈਮ ਹੁੰਦੀ ਆ, ਲਗਾਤਾਰ ਉਹ ਜੋਬ ਪਰਫੋਰਮ ਨਹੀਂ ਕਰਦਾ ਰਹਿੰਦਾ, ਇਸ ਕਰਕੇ ਫ੍ਰੀਕੁਐਂਸੀ ਲੋ ਹੁੰਦੀ ਆ। ਜਿਹੜਾ ਸ਼ਾਰਟ ਟਰਮ ਸ਼ਡਿਊਲਰ ਆ ਉਹ ਅਸੀਂ ਉਦੋਂ ਕਾਲ ਕਰਦੇ ਹਾਂ, ਇਨਵੋਕ ਮਤਲਬ ਹੁੰਦਾ ਕਾਲ ਕਰਨਾ, ਵੈਨਐਵਰ ਈਵੈਂਟ ਅਕਰ ਸੱਚ ਐਜ਼ ਕਲੌਕ ਟਿਕਟਸ ਆਪਰੇਟਿੰਗ ਸਿਸਟਮ ਕਾਲਸ, ਉਦੋਂ ਜਦੋਂ ਕੋਈ ਈਵੈਂਟ ਅਕਰ ਹੁੰਦਾ, ਜਿਵੇਂ ਕਲੌਕ ਟਿਕਸ ਹੋ ਗਈਆਂ ਜਾਂ ਆਪਰੇਟਿੰਗ ਸਿਸਟਮ ਕਾਲ ਹੋ ਗਿਆ। ਲੌਂਗ ਟਰਮ ਸ਼ਡਿਊਲਰ ਹੁੰਦਾ ਇਨਵੋਕ ਅਸੀਂ ਉਦੋਂ ਕਰਦੇ ਜਦੋਂ ਪ੍ਰੋਸੈਸ ਲੀਵ ਦਾ ਸਿਸਟਮ, ਜਦੋਂ ਪ੍ਰੋਸੈਸ ਆ ਉਹ ਸਿਸਟਮ ਲੀਵ ਕਰ ਜਾਂਦੀ ਆ। ਜਿਹੜਾ ਪ੍ਰੈਜ਼ੈਂਸ ਆਫ ਸ਼ਾਰਟ ਟਰਮ ਸ਼ਡਿਊਲਰ ਮਸਟ ਹੁੰਦਾ ਸਿਸਟਮ ਵਿੱਚ, ਸਾਨੂੰ ਮਤਲਬ ਜ਼ਰੂਰੀ ਆ ਸ਼ਾਰਟ ਟਰਮ ਸ਼ਡਿਊਲਰ ਹੋਣਾ ਹੀ ਹੋਣਾ, ਕਿਉਂਕਿ ਇਹ CPU ਨੂੰ ਪ੍ਰੋਸੈਸ ਸਿਲੈਕਟ ਕਰਕੇ ਦਿੰਦਾ ਰੈਡੀ ਕਿਊ ਤੋਂ। ਜਿਹੜਾ ਲੌਂਗ ਟਰਮ ਸ਼ਡਿਊਲਰ ਆ ਉਹ ਐਬਸੈਂਟ ਵੀ ਹੋ ਸਕਦਾ, ਮਿਨੀਮਲ ਵੀ ਹੋ ਸਕਦਾ ਸਿਸਟਮ ਦੇ ਵਿੱਚ, ਜਿਵੇਂ ਕਿ ਟਾਈਮ ਸ਼ੇਅਰਿੰਗ ਦੇ ਵਿੱਚ ਯੂਨਿਕਸ ਦਾ ਜਿਹੜਾ ਆਪਰੇਟਿੰਗ ਸਿਸਟਮ ਆ ਉਹਦੇ ਵਿੱਚ ਕੀ ਆ, ਐਬਸੈਂਟ ਹੀ ਹੁੰਦਾ ਤਕਰੀਬਨ। ਸ਼ਾਰਟ ਟਰਮ ਸ਼ਡਿਊਲਰ ਜਿਹੜਾ ਹੁੰਦਾ ਚੇਂਜਸ ਦਾ ਪ੍ਰੋਸੈਸ ਸਟੇਟ ਫਰੋਮ ਰੈਡੀ ਟੂ ਰਨਿੰਗ, ਰੈਡੀ ਸਟੇਟ ਤੋਂ ਰਨਿੰਗ ਸਟੇਟ ਦੇ ਵਿੱਚ ਪ੍ਰੋਸੈਸਸ ਨੂੰ ਲੈ ਕੇ ਆਉਂਦਾ। ਜਿਹੜਾ ਲੌਂਗ ਟਰਮ ਸ਼ਡਿਊਲਰ ਆ ਉਹ ਚੇਂਜ ਕਰਦਾ ਪ੍ਰੋਸੈਸ ਸਟੇਟ ਫਰੋਮ ਨਿਊ ਟੂ ਰੈਡੀ। ਨਿਊ ਮਤਲਬ
ਰੈਡੀ ਜਦੋਂ ਨਿਊ ਬਣਦੀ ਹੈ, ਕ੍ਰੀਏਟ ਹੁੰਦੀ ਆ, ਜੋਬ ਕ੍ਰੀਏਟ ਹੁੰਦੀ ਆ, ਉੱਥੋਂ ਤੋਂ ਲੈ ਕੇ ਰੈਡੀ ਕਿਊ ਵਿੱਚ ਰੱਖਣ ਦੀ ਪ੍ਰੋਸੈਸ ਹੁੰਦੀ ਆ ਜਿਹੜੀ ਲੌਂਗ ਟਰਮ ਸ਼ਡਿਊਲਰ ਪਰਫੋਰਮ ਕਰਦਾ। ਇਟ ਸਿਲੈਕਟ ਏ ਨਿਊ ਪ੍ਰੋਸੈਸ ਫॉर ਏ CPU ਕੁਆਇਟ ਫ੍ਰੀਕੁਐਂਟਲੀ। ਜਿਹੜੀ ਇਹ ਕੀ ਕਰਦਾ, CPU ਨੂੰ ਮਤਲਬ ਕਿ ਐਲੋਕੇਟ ਕਰਵਾਉਂਦਾ ਗਾ ਪ੍ਰੋਸੈਸ। ਇਟ ਸਿਲੈਕਟ ਏ ਗੁੱਡ ਪ੍ਰੋਸੈਸ ਮਿਕਸ ਆਫ ਇਨਪੁਟ ਆਊਟਪੁੱਟ ਬਾਉਂਡ ਐਂਡ CPU ਅਰਾਊਂਡ। ਇਹ ਮਤਲਬ ਮਿਕਸਅਪ ਹੁੰਦੀਆਂ ਨੇ ਜਿਹੜੀਆਂ ਇਹਦੀਆਂ ਜੋਬਸ ਹੁੰਦੀਆਂ ਨੇ, ਬਟ ਉਹ ਹਮੇਸ਼ਾ CPU ਦੀ ਇੱਕ ਨਵੀਂ ਜੋਬ ਸਿਲੈਕਟ ਕਰਦਾ ਗਾ। ਅੱਗੇ ਨੈਕਸਟ ਜਿਹੜੀ ਹੈਗੀ ਆ ਕੰਪੈਰੀਜ਼ਨ ਬਿਟਵੀਨ ਦੀਜ਼ 3 ਸ਼ਡਿਊਲਰਸ। ਇਹਨਾਂ ਤਿੰਨਾਂ ਦੇ ਵਿਚਲਾ ਮਤਲਬ ਡਿਫਰੈਂਸ ਦਿਖਾਇਆ ਗਿਆ, ਕੰਪੈਰੀਜ਼ਨ ਦਿਖਾਇਆ ਗਿਆ। ਸੇਮ ਕਾਫੀ ਹੱਦ ਤੱਕ ਸੇਮ ਹੀ ਹੋਏਗਾ। ਜਿਵੇਂ ਇਹਨੂੰ CPU ਸ਼ਡਿਊਲਰ ਬੋਲਦੇ ਆ, ਮੀਡੀਅਮ ਟਰਮ ਨੂੰ ਸਵੈਪਿੰਗ ਸ਼ਡਿਊਲਰ ਬੋਲਦੇ ਆ, ਲੌਂਗ ਟਰਮ ਨੂੰ ਜੋਬ ਸ਼ਡਿਊਲਰ ਬੋਲਦੇ ਆ। ਇਹ ਲੈਸਰ ਕੰਟਰੋਲ ਹੁੰਦਾ ਮਲਟੀ ਪ੍ਰੋਗਰਾਮਿੰਗ ਦੇ ਵਿੱਚ ਇਹਦਾ। It provide lesser control over degree of multi-programming. It reduce the degree of multi-programming. It control the degree of multi-programming. Multi-programming ਵਿੱਚ ਬਹੁਤ ਜ਼ਿਆਦਾ ਕੰਟਰੋਲ ਹੁੰਦਾ, ਰਿਡਿਊਸ ਕਰਦਾ, ਇਹਦੇ ਵਿੱਚ ਵੀ ਘੱਟ ਹੁੰਦਾ। ਅੱਗੇ ਹੈ ਜੋਬਸ ਦੇ ਉੱਪਰ ਸਪੀਡ ਆਫ, ਇਹਦੀ ਜਿਹੜੀ ਸਪੀਡ ਹੁੰਦੀ ਹੈ ਫਾਸਟ ਹੁੰਦੀ ਹੈ ਸ਼ਾਰਟ ਟਰਮ ਦੀ। ਸਪੀਡ ਆਫ ਮੀਡੀਅਮ ਟਰਮ ਦੀ ਬਿਟਵੀਨ ਹੁੰਦੀ ਹੈ ਨਾ ਵਾਲੀ, ਸ਼ਾਰਟ ਟਰਮ ਤੇ ਲੌਂਗ ਟਰਮ ਦੇ ਬਿਟਵੀਨ ਹੁੰਦੀ ਹੈ ਨਾ ਵਾਲੀ ਜ਼ਿਆਦਾ ਨਾ ਵਾਲੀ ਘੱਟ। ਸਪੀਡ ਆਫ ਲੌਂਗ ਟਰਮ ਦੀ ਹਮੇਸ਼ਾ ਲੈਸਰ ਹੁੰਦੀ ਹੈ ਸ਼ਾਰਟ ਟਰਮ ਦੇ ਮੁਕਾਬਲੇ। तीसरा है इट इज़ मिनिमल इन द शेयरिंग सिस्टम। ਇਹ ਕੀ ਆ, ਮਿਨੀਮਲ ਹੁੰਦਾ। ਇਟ ਇਜ਼ ਏ ਪਾਰਟ ਆਫ ਸ਼ੇਅਰਿੰਗ ਸਿਸਟਮ। ਇਹ ਸ਼ੇਅਰਿੰਗ ਸਿਸਟਮ ਦਾ ਇੰਪੋਰਟੈਂਟ ਪਾਰਟ ਆ। ਇਟ ਇਜ਼ ਆਲਮੋਸਟ ਐਬਸੈਂਟ ਔਰ ਮਿਨੀਮਲ। ਇਹ ਮਿਨੀਮਲ ਹੋ ਸਕਦਾ ਗਾ ਸ਼ੇਅਰਿੰਗ ਸਿਸਟਮ ਦੇ ਵਿੱਚ, ਇਹ ਮਿਨੀਮਲ ਵੀ ਹੋ ਸਕਦਾ ਤੇ ਐਬਸੈਂਟ ਵੀ ਹੋ ਸਕਦਾ ਗਾ। ਇਟ ਸਿਲੈਕਟ ਦਾ ਪ੍ਰੋਸੈਸ ਫਰੋਮ ਅਮੰਗ ਦਾ ਪ੍ਰੋਸੈਸਿਸ ਦੈਟ ਆਰ ਰੈਡੀ ਟੂ ਐਗਜ਼ੀਕਿਊਟ। ਇਹ ਉਹਨਾਂ ਰੈਡੀ ਸਟੇਟ ਦੇ ਵਿੱਚੋਂ ਸਿਲੈਕਟ ਕਰਵਾਉਂਦਾ ਪ੍ਰੋਸੈਸਿਸ। ਇਹ ਕੀ ਕਰਦਾ ਗਾ, ਇਟ ਕੈਨ ਰੀਇੰਟਰੋਡਿਊਸ ਕਰਵਾਉਂਦਾ ਗਾ, ਰੀਇੰਟਰੋਡਿਊਸ ਕਰਾਉਂਦਾ ਪ੍ਰੋਸੈਸ ਨੂੰ ਮੈਮਰੀ ਵਿੱਚ ਤੇ ਐਗਜ਼ੀਕਿਊਸ਼ਨ ਨੂੰ ਕੰਟੀਨਿਊ ਕਰਦਾ। ਇਹ ਸਿਲੈਕਟ ਕਰਵਾਉਂਦਾ ਬੈਚ ਪੂਲ ਦੇ ਵਿੱਚੋਂ, ਠੀਕ ਹੈ। ਇਟ ਸਿਲੈਕਟ ਪ੍ਰੋਸੈਸਿਸ ਫਰੋਮ ਪੂਲ, ਮਤਲਬ ਬੈਚ ਪੂਲ ਦੇ ਵਿੱਚ ਸਿਲੈਕਟ ਕਰਾਉਂਦਾ, ਲੋਡ ਕਿੱਥੇ ਕਰਦਾ ਮੈਮਰੀ ਵਿੱਚ ਲੋਡ ਕਰਕੇ ਉਹਦੀ ਕੀ ਕਰਦਾ ਐਗਜ਼ੀਕਿਊਸ਼ਨ ਸਟਾਰਟ ਕਰਾਉਂਦਾ। ਤਾਂ ਸੋ ਸਟੂਡੈਂਟ ਇਹ ਟੌਪਿਕ ਸੀਗਾ ਆਪਣਾ CPU ਸ਼ਡਿਊਲਿੰਗ। ਅੱਗੇ ਸ਼ਡਿਊਲਿੰਗ ਕਿਹਦੇ ਦੁਆਰਾ ਪਰਫੋਰਮ ਕੀਤੀ ਜਾਂਦੀ ਹੈ, ਸ਼ਡਿਊਲਰ ਵੀ ਅੱਗੇ 3 ਟਾਈਪਸ ਦੇ ਆਪਾਂ ਨੇ ਕੀਤੇ ਆ ਤੇ ਉਹਨਾਂ ਨੂੰ ਅਸੀਂ ਉਹਨਾਂ ਦਾ ਕੰਪੈਰੀਜ਼ਨ ਵੀ ਕੀਤਾ ਗਾ, ਤਿੰਨਾਂ ਦਾ ਵੀ ਕੀਤਾ, 2 ਦਾ ਵੀ ਕੀਤਾ, ਲੌਂਗ ਟਰਮ ਐਂਡ ਸ਼ਾਰਟ ਟਰਮ ਦਾ। ਦੈਨ ਅੱਗੇ ਜੋ ਨੈਕਸਟ ਆਪਣਾ ਜੋ ਉਹਦੇ ਨਾਲ ਰਿਲੇਟਡ ਟੌਪਿਕ ਹੋਏਗਾ ਉਹ ਆਪਾਂ ਨੈਕਸਟ ਵੀਡੀਓ ਵਿੱਚ ਕਰਦੇ ਹਾਂ। ਸੋ ਥੈਂਕ ਯੂ ਸੋ ਮਚ, ਥੈਂਕ ਯੂ ਸਟੂਡੈਂਟਸ।